ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ, ਮੈਂ ਹਾਂ ਸੁਰਿੰਦਰ ਡੱਲਾ। ਪੰਜਾਬ ਇਸ ਵੇਲੇ ਵਿੱਚ ਅੱਜ ਦੀਆਂ ਟੌਪ ਹੈਡਲਾਈਨਸ ਅਤੇ ਖਾਸ ਸੁਰਖੀਆਂ ਦਾ ਕੱਪੜਛਾਣ ਕਰਾਂਗੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿਸਾਨ ਅੰਦੋਲਨ ਦੀ। 15 ਜਨਵਰੀ ਨੂੰ ਕੇਂਦਰ ਸਰਕਾਰ ਨੇ ਦਾਅਵਾ ਕੀਤਾ ਹੈ ਕਿਸਾਨਾਂ ਨਾਲ ਅਗਲੀ ਮੀਟਿੰਗ ਦਾ, ਪਰ ਕੀ ਕਿਸਾਨ 15 ਜਨਵਰੀ ਦੀ ਮੀਟਿੰਗ ਦੇ ਵਿੱਚ ਜਾਣਗੇ ਜਾਂ ਕਿਸਾਨ 15 ਜਨਵਰੀ ਦੀ ਮੀਟਿੰਗ ਤੋਂ ਦੂਰੀ ਬਣਾ ਕੇ ਰੱਖਣਗੇ? ਇਸ ਦਾ ਫੈਸਲਾ ਅਗਲੇ 1-2 ਦਿਨਾਂ ਦੇ ਵਿੱਚ ਹੋ ਸਕਦਾ ਹੈ। ਅਸਲ 'ਚ ਕਿਸਾਨਾਂ ਨੇ 29 ਤਰੀਕ ਨੂੰ ਵੀ ਕੇਂਦਰ ਦੀ ਸਰਕਾਰ ਨੂੰ ਚਿੱਠੀ ਲਿਖੀ ਸੀ ਔਰ 29 ਦਸੰਬਰ ਦੀ ਮੀਟਿੰਗ ਲਈ ਕਿਸਾਨਾਂ ਨੇ ਪ੍ਰਸਤਾਵ ਭੇਜਿਆ ਸੀ ਕਿ ਅਸੀਂ 3 ਖੇਤੀ ਕਾਨੂੰਨਾਂ ਨੂੰ ਖਤਮ ਕਰਨ ਦੀ ਪ੍ਰਕਿਰਿਆ 'ਤੇ ਗੱਲ ਕਰਨਾ ਚਾਹੁੰਦੇ ਹਾਂ ਅਤੇ MSP ਦਾ ਕਾਨੂੰਨ ਬਣਾਉਣ ਦੀ ਪ੍ਰਕਿਰਿਆ 'ਤੇ ਗੱਲ ਕਰਨਾ ਚਾਹੁੰਦੇ ਹਾਂ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ 30 ਤਰੀਕ ਦੀ ਮੀਟਿੰਗ ਰੱਖੀ ਸੀ ਔਰ ਹੁਣ ਹਰ ਮੀਟਿੰਗ ਦੇ ਵਿੱਚ ਫਿਰ ਕੇਂਦਰ ਸਰਕਾਰ ਦੇ ਮੰਤਰੀ ਕਹਿ ਰਹੇ ਨੇ ਕਿ ਅਸੀਂ ਸੰਸ਼ੋਧਨਾਂ ਦੇ ਉੱਤੇ ਵਿਚਾਰ ਕਰਾਂਗੇ, ਅਸੀਂ ਬਿੰਦੂਵਾਰ ਵਿਚਾਰ ਕਰਕੇ ਕੋਈ ਫੈਸਲਾ ਲਵਾਂਗੇ, ਜਦਕਿ ਕਿਸਾਨ ਇਸ ਆਸ ਨਾਲ ਮੀਟਿੰਗ 'ਚ ਜਾਂਦੇ ਨੇ ਕਿ ਖੇਤੀ ਕਾਨੂੰਨ ਹਰ ਹੀਲੇ ਰੱਦ ਕਰਾਏ ਜਾਣ। ਹੁਣ ਕੀ ਕਿਸਾਨ 15 ਜਨਵਰੀ ਦੀ ਮੀਟਿੰਗ ਦੇ ਵਿੱਚ ਜਾਣਗੇ? ਕਿਸਾਨ ਕੀ ਫੈਸਲਾ ਕਰ ਸਕਦੇ ਨੇ? ਇਸ ਐਜੀਟੇਸ਼ਨ ਨੂੰ ਕਿਸਾਨ ਕਿਸ ਦਿਸ਼ਾ 'ਚ ਅੱਗੇ ਲੈ ਕੇ ਜਾਣਗੇ? ਇਹ ਗੱਲ ਬਹੁਤ ਇੰਪੋਰਟੈਂਟ ਹੈ ਔਰ ਸੀਨੀਅਰ ਪੱਤਰਕਾਰ ਸ਼ਰਤ ਵਰਮਾ ਪੂਰਾ ਐਨਾਲਿਸਿਸ ਕਰ ਰਹੇ ਨੇ। ਆਓ ਸੁਣਦੇ ਹਾਂ। ਮੈਂ ਸਮਝਦਾ ਜੀ ਜਿਵੇਂ ਕਿੰਨੇ ਦੌਰ ਹੋ ਗਏ ਹੈਗੇ ਹੁਣ ਤੱਕ ਸਰਕਾਰ ਉਸੀ ਆਪਣੀ ਉਸ 'ਤੇ ਅੜੀ ਹੋਈ ਹੈਗੀ ਹੈ ਕਿ ਵੀ ਅਸੀਂ ਕਾਨੂੰਨ ਨੂੰ ਵਾਪਸ ਨਹੀਂ ਲੈਣੇ ਹੈਗੇ, ਸੌਦਾ ਕਰਨ ਨੂੰ ਤਿਆਰ ਹੈ। ਬਾਰ-ਬਾਰ ਇਹੀ ਗੱਲ ਉੱਠਦੀ ਹੈ ਜੀ, ਗੱਲ ਉੱਥੇ ਹੀ ਫਸਦੀ ਹੈਗੀ। ਦੇਖੋ ਕਿਸਾਨ ਤਾਂ ਆਪਣੀ ਵਾਜਬ ਮੰਗ 'ਤੇ ਹੈਗੇ ਜੀ ਡਟੇ ਹੋਏ, ਅਤੇ ਕਿਤੇ ਨਾ ਕਿਤੇ ਮੈਂ ਸਮਝਦਾ ਜੀ ਸਰਕਾਰ ਦੀ ਜੋ ਹੈ ਨਾ ਈਗੋ ਬਣੀ ਹੋਈ ਹੈਗੀ ਕਿ ਵੀ ਉਹ ਇਹਨੂੰ ਲੈਣਾ ਨਹੀਂ ਚਾਹੁੰਦੇ। ਪਤਾ ਨਹੀਂ ਕੀ ਕਾਰਨ ਹੈਗੇ। ਜਾਂ ਤਾਂ ਉਹ ਇਹ ਸਮਝਦੇ ਹੈਗੇ ਕਿ ਵੀ ਅਗਰ ਅਸੀਂ ਇਹ ਕਾਨੂੰਨ ਵਾਪਸ ਲੈ ਲੈਂਦੇ ਹਾਂ ਤਾਂ ਫਿਰ ਜਿਹੜਾ NRC ਅਤੇ CA ਜਿਹੜਾ ਬਿੱਲ ਹੈ ਜੀ, ਉਸ ਐਕਟ ਜਿਹੜੇ ਬਣ ਗਏ ਹੈਗੇ ਉਸ 'ਤੇ ਵੀ ਸ਼ਾਇਦ ਬਾਅਦ 'ਚ ਅੰਦੋਲਨ ਸ਼ੁਰੂ ਹੋ ਸਕਦਾ ਹੈ। ਮੈਨੂੰ ਇਹ ਲੱਗਦਾ ਹੈਗਾ ਜੀ ਕਿ ਵੀ ਸਰਕਾਰ ਦੀ ਇੱਥੇ ਈਗੋ ਵੀ ਹੈ, ਜਾਂ ਕਹਿ ਲਓ ਕਿ ਉਹਨਾਂ ਦੀ ਇਹ ਮਜਬੂਰੀ ਇਹ ਫਸ ਰਹੀ ਹੈਗੀ। ਦੂਜੀ ਗੱਲ ਮੈਨੂੰ ਲੱਗਦਾ ਜੀ 15 ਤਰੀਕ ਦੀ ਜਿਹੜੀ ਮੀਟਿੰਗ ਹੋਣੀ ਹੈ ਕਿਸਾਨ ਜਾਣਗੇ ਜ਼ਰੂਰ, ਕਿਉਂਕਿ ਉਹ ਇਹ ਮੌਕਾ ਨਹੀਂ ਦੇਣਾ ਚਾਹੁੰਦੇ ਕਿ ਵੀ ਸਰਕਾਰ ਇਹ ਕਹੇ ਕਿ ਵੀ ਅਸੀਂ ਬੁਲਾਇਆ ਸੀਗਾ ਪਰ ਕਿਸਾਨ ਨਹੀਂ ਆਏ ਹੈਗੇ। ਉਧਰ ਬ੍ਰਿਟਨ ਦੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਇੱਕ ਚਿੱਠੀ ਸਾਂਝੀ ਕੀਤੀ ਹੈ, ਜਿਸ ਵਿੱਚ ਉਹਨਾਂ ਨੇ ਦਾਅਵਾ ਕੀਤਾ ਹੈ ਕਿ 100 ਮੈਂਬਰ ਪਾਰਲੀਮੈਂਟਸ ਨੇ ਦਸਤਖਤ ਕੀਤੇ ਨੇ ਉਸ ਚਿੱਠੀ 'ਤੇ, ਜਿਹੜੀ ਚਿੱਠੀ ਬ੍ਰਿਟਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਭੇਜੀ ਗਈ ਹੈ ਅਤੇ ਮੰਗ ਕੀਤੀ ਗਈ ਹੈ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਿਸਾਨ ਅੰਦੋਲਨ ਦਾ ਪੁਰਅਮਨ ਹੱਲ ਕੱਢਣ ਦੀ ਯਤਨ ਕਰਨ ਅਤੇ ਅਗਲੀ ਮੀਟਿੰਗ ਦੇ ਵਿੱਚ ਨਰਿੰਦਰ ਮੋਦੀ ਨਾਲ ਇਹ ਗੱਲ ਔਰ ਇਹ ਮੰਗ ਸਾਂਝੀ ਕਰਨ। ਹਾਲਾਂਕਿ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਭਾਰਤ ਦੇ ਵਿੱਚ ਪੁਰਅਮਨ ਅੰਦੋਲਨ ਚੱਲ ਰਿਹਾ ਹੈ, ਪਰ ਨਿਸ਼ਚਿਤ ਤੌਰ ਦੇ ਉੱਤੇ ਜਿਹੜੇ ਪੰਜਾਬ ਨਾਲ ਸੰਬੰਧਿਤ ਪੰਜਾਬੀ ਮੂਲ ਦੇ ਮੈਂਬਰ ਪਾਰਲੀਮੈਂਟ ਨੇ ਬ੍ਰਿਟਨ ਦੇ, ਉਹ ਵੀ ਇਸ ਕਿਸਾਨ ਅੰਦੋਲਨ ਤੋਂ ਕਾਫੀ ਚਿੰਤਤ ਨੇ ਅਤੇ ਇਸ ਦਾ ਹੱਲ ਚਾਹੁੰਦੇ ਨੇ। ਜੋ ਇਸ ਸਮੇਂ ਇੰਡੀਆ ਦੇ ਵਿੱਚ ਕਿਸਾਨ ਸੰਘਰਸ਼, ਕਿਸਾਨ ਅੰਦੋਲਨ ਚੱਲ ਰਿਹਾ ਹੈ, ਉਸ ਨੂੰ ਲੈ ਕੇ ਦੁਨੀਆ ਭਰ ਦੇ ਵਿੱਚ ਲੋਕ ਫਿਕਰਮੰਦ ਨੇ। ਕਿਸਾਨਾਂ ਨੂੰ ਮੇਰਾ ਇਹ ਪੈਗਾਮ, ਇਹ ਸੁਨੇਹਾ ਹੈ ਕਿ ਬਹੁਤ ਸਾਰੇ ਲੋਕ ਮੇਰੇ ਵਰਗੇ ਜਿਨ੍ਹਾਂ ਦਾ ਆਪਣਾ ਪਿਛੋਕੜ ਇੱਕ ਪੇਂਡੂ ਖੇਤੀਬਾੜੀ ਪਰਿਵਾਰ ਦੇ ਨਾਲ ਸੰਬੰਧ ਤਾਲੁਕ ਰੱਖਦਾ ਹੈ, ਅਸੀਂ ਤੁਹਾਡੀਆਂ ਚਿੰਤਾਵਾਂ ਨੂੰ ਭਲੀ ਭਾਂਤ ਉਸ ਤੋਂ ਜਾਣੂ ਹਾਂ, ਵਾਕਫ ਹਾਂ। ਤਦੀ ਮੈਨੂੰ ਇਹ ਬੇਹੱਦ ਖੁਸ਼ੀ ਹੋ ਰਹੀ ਹੈ ਤੁਹਾਨੂੰ ਇਹ ਦੱਸਣ ਦੇ ਵਿੱਚ ਕਿ 100 ਤੋਂ ਵੱਧ UK ਦੇ MPs ਨੇ ਇੱਕ ਚਿੱਠੀ ਤੇ ਦਸਤਖਤ ਕੀਤਾ ਹੈ, ਜੋ ਕਿ UK ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਪੇਸ਼ ਕੀਤੀ ਜਾਵੇਗੀ। ਪਿਛਲੇ ਮਹੀਨੇ ਨਾਚੀਜ਼ ਨੇ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਇੱਕ ਸਵਾਲ ਪੁੱਛਿਆ ਸੀਗਾ ਇਸ ਮਸਲੇ ਦੇ ਬਾਰੇ, ਪਰ ਅਫਸੋਸ ਕਿ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਉਸ ਸਵਾਲ ਦੀ ਆਈ। ਸੋ ਅਸੀਂ ਇਸ ਦੇ ਵਿੱਚ ਸਪਸ਼ਟੀਕਰਨ ਮੰਗਿਆ ਹੈ ਕਿ ਉਹਨਾਂ ਨੂੰ ਕਿਸ ਹੱਦ ਤੱਕ ਇਸ ਮਸਲੇ ਦੇ ਬਾਰੇ ਜਾਣਕਾਰੀ ਹੈ। ਉਹ ਨਾਲ ਦੀ ਨਾਲ ਇਸ ਗੱਲ ਨੂੰ ਵੀ ਸਪਸ਼ਟ ਕਰਨ ਕਿ ਹਰ ਇੱਕ ਨੂੰ ਹੱਕ ਹੈ, ਮੁੱਢਲਾ ਹੱਕ ਹੈ ਕਿ ਉਹ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਸਕੇ, ਕਿਉਂਕਿ ਸਾਨੂੰ ਬੇਹੱਦ ਅਫਸੋਸ ਹੋਇਆ ਸੀ ਜਦੋਂ ਅਸੀਂ ਦੇਖਿਆ ਕਿ ਪਾਣੀ ਦੀਆਂ ਬੌਛਾੜਾਂ ਦੇ ਨਾਲ, ਟੀਅਰ ਗੈਸ ਦੇ ਨਾਲ, ਲਾਠੀਆਂ ਦੇ ਨਾਲ ਉਹਨਾਂ ਲੱਖਾਂ ਕਿਸਾਨਾਂ ਨੂੰ ਉਸ ਦਾ ਸਾਹਮਣਾ ਕਰਨਾ ਪਿਆ ਸੀ। ਅਸੀਂ ਇਸ ਦੇ ਨਾਲ ਨਾਲ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਉਹ ਇੰਡੀਆ ਦੇ ਪ੍ਰਧਾਨ ਮੰਤਰੀ ਤੱਕ ਸਾਡੀਆਂ ਇਸ ਚਿੰਤਾਵਾਂ ਦਾ ਅਹਿਸਾਸ ਉਹਨਾਂ ਨੂੰ ਜ਼ਾਹਿਰ ਕਰਨ ਅਤੇ ਨਾਲ ਦੀ ਨਾਲ ਇਹ ਵੀ ਆਸ ਪ੍ਰਗਟ ਕਰਨ ਕਿ ਅਸੀਂ ਚਾਹੁੰਦੇ ਹਾਂ ਕਿ ਜਲਦ ਤੋਂ ਜਲਦ ਇਸ ਮਸਲੇ ਦਾ ਹੱਲ ਕੱਢਿਆ ਜਾਵੇ, ਤਾਂ ਕਿ ਜਿਹੜੇ ਕਿਸਾਨ ਨੇ ਉਹ ਸੁਖੀ ਸ਼ਾਂਤ ਆਪਣੇ ਘਰ ਵਾਪਸ ਪਰਤ ਸਕਣ। ਉਧਰ ਕਿਸਾਨਾਂ ਨੂੰ ਸੁਪਰੀਮ ਕੋਰਟ
ਦੇ ਵਿੱਚ ਜਾਣ ਦੀ ਸਲਾਹ ਤੇ ਇੱਕ ਵੱਡਾ ਸਿਆਸੀ ਕੜਮੱਸ ਮਚ ਗਿਆ ਹੈ ਔਰ ਇਸੇ ਮਸਲੇ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸਾਂਝੇ ਕੋਆਰਡੀਨੇਟਰ ਰਾਘਵ ਚੱਡਾ ਨੇ ਦਿੱਲੀ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਰਾਘਵ ਚੱਡਾ ਨੇ ਇਸ ਪ੍ਰੈਸ ਕਾਨਫਰੰਸ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਨੂੰ ਵੀ ਨਿਸ਼ਾਨੇ ਤੇ ਲਿਆ। आज पंजाब का किसान, बड़े बुजुर्ग, हमारे नौजवान, हमारी माताएं, हमारी बहनें इस खुले आसमान में सिंगू बॉर्डर, टीकरी बॉर्डर, गाजीपुर, दिल्ली की दहलीज पर बैठे हैं। लेकिन कैप्टन साहब अमित शाह से मिलते हैं लेकिन 3 काले कानून खारिज करने की बात नहीं करते हैं। ये खुद उन्होंने कहा, मैंने नहीं कहा। 7वां पॉइंट, ये सारी वार्ता, सारी बैठक जो केंद्र सरकार लगातार फेल कर रही है। केंद्र सरकार देश के किसान को कहती है कि हम ये 3 काले कानून खारिज नहीं करेंगे। अगर आपको खारिज कराने हैं तो सुप्रीम कोर्ट चले जाओ, हमसे मत बात करो, आंदोलन मत करो, सुप्रीम कोर्ट चले जाओ। देश का किसान कहता है हम नहीं जाएंगे सुप्रीम कोर्ट। हम क्यों जाएं सुप्रीम कोर्ट? लोकतंत्र है, हम तो आपसे लड़ाई लड़के अपना हक लेंगे। लेकिन केंद्र सरकार कहती है, बीजेपी कहती है कि सुप्रीम कोर्ट जाओ, और बीजेपी के सुप्रीम कोर्ट का बयान देने के कुछ ही दिनों बाद पंजाब के मुख्यमंत्री कैप्टन अमरिंदर भी कहते हैं कि सुप्रीम कोर्ट जाओ, आंदोलन समाप्त करो, सुप्रीम कोर्ट जाओ, मैं भी सुप्रीम कोर्ट जाऊंगा। यानी कि वो चाहते हैं कि आंदोलन खत्म हो जाए। उनका एक ही लक्ष्य है कि ये पूरा आंदोलन समाप्त हो जाए। उधर सुप्रीम कोर्ट ਦੇ ਵਿੱਚ ਚੱਲ ਰਹੀ ਸੁਣਵਾਈ ਦੇ ਮਾਮਲੇ ਦੇ ਵਿੱਚ ਇੱਕ ਹਲਫਨਾਮਾ ਦਾਇਰ ਕੀਤਾ ਗਿਆ ਹੈ। ਪਟੀਸ਼ਨ ਕਰਤਾਵਾਂ ਵੱਲੋਂ ਹੀ ਇਹ ਹਲਫਨਾਮਾ ਦਾਇਰ ਕੀਤਾ ਗਿਆ ਹੈ। ਆਓ ਸੁਣਦੇ ਹਾਂ ਇਸ ਹਲਫਨਾਮੇ ਦੇ ਵਿੱਚ ਕੀ ਮੁੱਖ ਅੰਸ਼ ਨੇ। ਪਰ ਸੁਪਰੀਮ ਕੋਰਟ ਦੇ ਵਿੱਚ 11 ਜਨਵਰੀ ਨੂੰ ਕਿਸਾਨਾਂ ਦੇ ਇਸ ਮਾਮਲੇ ਦੀ ਸੁਣਵਾਈ ਹੋਣੀ ਹੈ। ਪਟੀਸ਼ਨ ਕਰਤਾ ਨੇ ਮੰਗ ਕੀਤੀ ਸੀ ਕਿ ਕਿਸਾਨ ਅੰਦੋਲਨ ਕਰਕੇ ਜਿੱਥੇ ਯਾਤਾਯਾਤ ਪ੍ਰਭਾਵਿਤ ਹੋ ਰਿਹਾ ਉੱਥੇ ਦਿੱਲੀ ਨਿਵਾਸੀਆਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਧਰਨਾ ਇੱਕ ਲੋਕਤਾਂਤਰਿਕ ਹੱਕ ਹੈ, ਸ਼ਾਂਤੀਪੂਰਵਕ ਧਰਨਾ ਹੋ ਰਿਹਾ ਹੈ। ਮੰਗ ਕੀਤੀ ਗਈ ਸੀ ਕਿ ਧਰਨੇ ਨੂੰ ਹਟਾਇਆ ਜਾਵੇ। ਸੁਪਰੀਮ ਕੋਰਟ ਨੇ ਕਿਹਾ ਕਿ ਲੋਕਤਾਂਤਰਿਕ ਤਰੀਕੇ ਨਾਲ ਧਰਨਾ ਲਾਉਣਾ ਸਭ ਦਾ ਹੱਕ ਹੈ ਔਰ ਜਦ ਤੱਕ ਸੰਪत्ति ਨੂੰ ਨੁਕਸਾਨ ਨਹੀਂ ਹੁੰਦਾ ਔਰ ਜਿਹੜੀਆਂ ਲੋਕਤੰਤਰ ਦੀਆਂ ਨਿਯਮ ਕਾਨੂੰਨ ਅਤੇ ਮਰਿਆਦਾਵਾਂ ਨੇ ਉਹ ਨਹੀਂ ਤੋੜੀਆਂ ਜਾਂਦੀਆਂ तद तक सख्त और जबरी कार्रवाई नहीं की जा सकती। फिर भी सुप्रीम कोर्ट ने कहा सी कि असीं सरकार अते किसानां दे नाल बाकी धिरां दा पक्ष भी सुणांगे। पर हल्फनामा दायर करन वालियां दा की पक्ष है, एक बार सुन लीजिए। मैं ओम प्रकाश परिहार, एडवोकेट ऑन रिकॉर्ड सुप्रीम कोर्ट। मैंने ऋषभ शर्मा की तरफ से एक याचिका सुप्रीम कोर्ट में किसान आंदोलन के लिए जो दायर की थी उसकी सुनवाई 11 तारीख को सुप्रीम कोर्ट में चीफ जस्टिस बोबड़े के बेंच के सामने होनी है। और इस लिहाज से हमने पिटिशनर की तरफ से एक एफिडेविट फाइल किया है जिसमें ये कोर्ट के सामने मुद्दे रखने की कोशिश की गई है कि किस तरह से किसान आंदोलन ने पब्लिक ऑर्डर का पालन ना करते हुए कई जगह पे उन्होंने नुकसान पहुंचाया है। जैसे कई जगहों पे उन्होंने मोबाइल टावर्स को तोड़े हैं और किसान आंदोलन बॉर्डर पे चलने की वजह से आवाजाही में कितने सिटीजन्स को तकलीफ़ हो रही है उससे भी बताने की कोशिश की जा रही है। इन सब का हवाला हमने कई सारे मीडिया रिपोर्ट्स के ज़रिए दिया गया है, जो मीडिया रिपोर्ट भी हमने फ़ाइल किए हैं। और इस किसान आंदोलन के चलते कितना नुकसान हो रहा है रोज़मर्रा ये भी जताने की कोशिश की है। और एफिडेविट के ज़रिए हमने ये मीडिया रिपोर्ट्स भी फ़ाइल किए हैं ताकि कोर्ट को सही चीज़ों का संज्ञान हो और कोर्ट उचित ये फैसला सुनाए। यही हम अपेक्षा रखते हैं। धन्यवाद। उधर दिल्ली सिख गुरुद्वारा मैनेजमेंट कमेटी ਵੱਲੋਂ ਸਿੰਘੂ ਬਾਰਡਰ ਤੇ ਇੱਕ ਮੈਡੀਕਲ ਕੈਂਪ ਦਾ ਪ੍ਰਬੰਧ ਕੀਤਾ ਗਿਆ ਹੈ ਜਿੱਥੇ ਕਿਸਾਨਾਂ ਦੀ ਸਿਹਤ ਜਾਂਚ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੂੰ ਜ਼ਰੂਰੀ ਉਪਚਾਰ ਦਿੱਤੇ ਜਾ ਰਹੇ ਨੇ। ਜੀ ਇਹ ਬਿਲਕੁਲ ਇਹ ਮੈਡੀਕਲ ਕੈਂਪ ਜੋ ਤੁਸੀਂ ਦੇਖ ਰਹੇ ਜੇ ਇੱਥੇ ਹਰ ਤਰ੍ਹਾਂ ਦੇ ਟੈਸਟ ਕਰਨ ਵਾਸਤੇ ਜਿਹੜੇ ਕਿਸਾਨ ਇਹਨਾਂ ਦਿਨ ਤੋਂ ਬੈਠੇ ਆ ਉਹਨਾਂ ਨੂੰ ਹਰ ਤਰ੍ਹਾਂ ਦੀ ਮੈਡੀਕਲ ਫੈਸਿਲਿਟੀ ਪ੍ਰੋਵਾਈਡ ਕਰਾਈ ਜਾ ਸਕੇ। ਉਹਦੇ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਮੈਡੀਕਲ ਕੈਂਪ ਲਾਇਆ ਗਿਆ। ਇੱਥੇ ECG ਤੋਂ ਲੈ ਕੇ ਬਲੱਡ ਟੈਸਟ ਤੋਂ ਲੈ ਕੇ ਆਕਸੀਜਨ ਤੋਂ ਲੈ ਕੇ ਸ਼ੂਗਰ ਤੋਂ ਲੈ ਕੇ ਹਰ ਉਸ ਚੀਜ਼ ਦਾ ਇਲਾਜ ਵੀ ਕੀਤਾ ਜਾ ਰਿਹਾ ਤੇ ਟੈਸਟ ਵੀ ਕੀਤਾ ਜਾ ਰਿਹਾ ਤੇ ਉਹਦੀ ਦਵਾਈ ਵੀ ਦਿੱਤੀ ਜਾ ਰਹੀ ਹੈ। ਸੋ ਪਰਪਸ ਇਹ ਆ ਕਿ ਕਿਸਾਨ ਜਿਹੜੇ ਇੱਥੇ ਆਏ ਨੇ ਕਈ ਵਾਰ ਅਣਗਹਿਲੀ ਕਰ ਜਾਂਦੇ ਨੇ, ਮਜਬੂਰੀ ਹੈ, ਇੱਥੇ ਡਾਕਟਰ ਨਹੀਂ ਹੈਗੇ, ਟੈਸਟ ਕਰਾਉਣ ਦੀ ਮਜਬੂਰੀ ਹੋ ਜਾਂਦੀ ਆ। ਸੋ ਉਹਨਾਂ ਦਾ ਹੈਲਥ ਵੀ ਜਿਹੜੀ ਆ ਉਹ ਪ੍ਰੋਪਰ ਰਵੇ, ਉਹਨਾਂ ਦੇ ਹੈਲਥ ਦੇ ਟੈਸਟ ਹੋ ਜਾਣ, ਉਹਨਾਂ ਨੂੰ ਦਵਾਈਆਂ ਦੀ ਲੋੜ ਆ ਦਵਾਈਆਂ ਮੁਹੱਈਆ ਕੀਤੀ ਜਾਣ। ਉਹਦੇ ਵਾਸਤੇ ਅੱਜ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਉਪਰਾਲਾ ਸ਼ੁਰੂ ਕੀਤਾ। ਨਹੀਂ, for all peoples and for all
मेडिसिन एंड डिसीजेस प्रॉपर पर्ची बन रही है ਉਹਦਾ ਡਾਕਟਰ ਚੈੱਕ ਕਰ ਰਹੇ ਨੇ ਫਿਰ ਅਸੀਂ ਦੇਖ ਕੇ ਮੈਡੀਸਿਨ ਦੇ ਰਹੇ ਨੇ ਪੇਸ਼ੈਂਟ ਨੂੰ ਉਹਦੇ ਨਾਲ ਐਕਿਊਪ੍ਰੈਸ਼ਰ ਵੀ ਹੋ ਰਿਹਾ ECG ਵੀ ਹੋ ਰਹੀ ਹੈ ਬਲੱਡ ਚੈੱਕ ਵੀ ਹੋ ਰਿਹਾ ਹੈ ਬਲੱਡ ਗਰੁੱਪ ਐਂਡ ਸ਼ੂਗਰ ਚੈੱਕ ਹੋ ਰਹੀ ਹੈ ਨਾਲ ਸ਼੍ਰੀਨਗਰ ਦੀਆਂ ਬਹੁਤ ਖਾਸ ਤਸਵੀਰਾਂ ਦਿਖਾਉਂਦੇ ਆ। ਸ਼੍ਰੀਨਗਰ ਦੇ ਵਿੱਚ ਇਸ ਵਕਤ ਬਹੁਤ ਜ਼ਿਆਦਾ ਬਰਫ਼ਬਾਰੀ ਹੋ ਰਹੀ ਹੈ ਔਰ ਬਰਫ਼ਬਾਰੀ ਕਰਕੇ ਸ਼੍ਰੀਨਗਰ ਕਿਵੇਂ ਬਰਫ਼ ਦੀ ਚਾਦਰ ਬਣ ਗਿਆ ਹੈ, ਇਹ ਤਸਵੀਰਾਂ ਬਹੁਤ ਵੇਖਣਯੋਗ ਨੇ। ਇੱਕ ਵਾਰੀ ਵੇਖਦੇ ਹਾਂ ਸ਼੍ਰੀਨਗਰ ਦੀਆਂ ਇਹ ਖਾਸ ਤਸਵੀਰਾਂ। ਕਾਂਗਰਸ ਦੇ ਸੀਨੀਅਰ ਲੀਡਰ ਸ਼੍ਰੀਨਿਵਾਸ ਨੇ ਭਾਰਤੀ ਜਨਤਾ ਪਾਰਟੀ ਨੂੰ ਟੈਲੀਵਿਜ਼ਨ ਦੀ ਸਰਕਾਰ ਆਖਿਆ। ਸੋ ਸ਼੍ਰੀਨਿਵਾਸ ਨੇ ਤੰਜ ਕੱਸਿਆ ਭਾਰਤੀ जनता पार्टी ਦੀ सरकार पे। देखिए, ये सरकार हमेशा टेलीविज़न सरकार है, कोई विजनरी नहीं है। थोड़ा विजनरी थोड़ा भी होता था इस देश का अन्नदाता के ऊपर उनका थोड़ा भी ज़र्रा भी उनके दिल में जगह होता था, आज इतने दिन ये लोग बैठते नहीं थे। लगभग 16 घंटे में एक किसान दम छोड़ रहा है, ये देखने को नहीं मिलता था। फिर भी इनका एक मंत्री जाके उनके घर परिवार से मिलना और वहाँ जाके मिलने का कोशिश तक नहीं कर रहा है, शर्म आना चाहिए। देखिए, इन जानबूझ के बार बार तारीख के ऊपर तारीख के देना, ये इन्हीं का जो मेंबर ऑफ पार्लियामेंट इन्हीं का एक डायलॉग है। तो डेट बार बार देने से कुछ नहीं होगा। ये क्यों इसको ऊपर चर्चा करके जल्दी से जल्दी इस काला कानून को वापस नहीं ले रहे? कि तो इनके पार्टी में बड़े लीडर और 2 लोग हैं, उनके कहने से सारे चीज़ हो रहा है। तो इसीलिए इनका कहीं ना कहीं इस बिल को वापस लेने में, जब वो लोग नहीं बोलेगा तब तक ये लोग कानून वापस नहीं लेंगे। ਅੰਮ੍ਰਿਤਸਰ ਦੇ ਵਿੱਚ ਬਸੰਤ ਪੰਚਮੀ ਅਤੇ ਖਾਸ ਦਿਹਾੜਿਆਂ ਮੌਕੇ, ਲੋਹੜੀ ਵਰਗੇ ਖਾਸ ਦਿਹਾੜਿਆਂ ਮੌਕੇ ਪਤੰਗਬਾਜ਼ੀ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ। ਉਂਝ ਮਕਰ ਸੰਕ੍ਰਾਂਤੀ ਅਤੇ ਲੋਹੜੀ ਮੌਕੇ ਪੂਰੇ ਪੰਜਾਬ ਦੇ ਵਿੱਚ ਵੀ ਥਾਂ-ਥਾਂ ਤੇ ਪਤੰਗਬਾਜ਼ੀ ਹੁੰਦੀ ਹੈ, ਪਰ ਪਿਛਲੇ ਕੁਝ ਸਾਲਾਂ ਤੋਂ ਚਾਈਨਾ ਤੋਂ ਆਉਣ ਵਾਲੀ ਡੋਰ ਕਰਕੇ ਵੱਡੇ ਹਾਦਸੇ ਹੋ ਰਹੇ ਨੇ ਅਤੇ ਸਰਕਾਰ ਵੱਲੋਂ ਚਾਈਨਾ ਡੋਰ ਨੂੰ ਬੈਨ ਕੀਤਾ ਗਿਆ। ਇਸ ਨੂੰ ਵੇਚਿਆ ਵੀ ਨਹੀਂ ਜਾ ਸਕਦਾ, ਪਰ ਇਸ ਦੇ ਬਾਵਜੂਦ ਵੀ ਕਈ ਲੋਕ ਚਾਈਨਾ ਡੋਰ ਦੀ ਵਰਤੋਂ ਕਰ ਰਹੇ ਨੇ। ਉਧਰ ਅੰਮ੍ਰਿਤਸਰ ਦੇ ਵਿੱਚ ਇੱਕ ਸੰਸਥਾ ਵੱਲੋਂ ਚਾਈਨਾ ਡੋਰ ਦੇ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਗਈ ਅਤੇ ਲੋਕਾਂ ਨੂੰ ਕਿਹਾ ਗਿਆ ਕਿ ਉਹ ਚਾਈਨਾ ਡੋਰ ਦੀ ਥਾਂ ਤੇ ਸਵਦੇਸ਼ੀ धागे वाली डोर ज़रूर बरतें। आज जो हमने प्रोटेस्ट किया है ये चाइना डोर के अगेंस्ट किया है, क्योंकि हम हर साल ही देखते हैं ये जो चाइना डोर है इस पर लगाम नहीं लगा पा रहे। जो गवर्नमेंट है वो टोटल फेलियर है इस चीज़ में, क्योंकि हम डेली देखते हैं कि ये जो बच्चे हैं वो पुरातन डोर से जो गुड्डी नहीं उड़ा रहे, जो पुरातन हमारी संस्कृति से चलती आ रही है डोर, उससे गुड्डी नहीं उड़ा रहे। ये जो गट्टू है चाइना डोर है, नायलॉन थ्रेड है, जो जिसके साथ इवन की स्किन जो है कट ऑफ हो जाती है अगर इस पर। दूसरे नंबर में बताना चाहूँगा एनिमल प्रोटेक्शन, हमारी जो NGO है एंटी क्राइम एनिमल प्रोटेक्शन, हम बहुत सारे पक्षी देख रहे हैं। आप ये देख सकते हैं आउल है, ये हमने कंपनी बाग से रेस्क्यू किया था, इसका पंख कट ऑफ हो चुका हुआ है। बहुत सारी प्रजाति ऐसी आ रही हैं जो विलुप्त होने के कगार पे है इस डोर के कारण। हम गवर्नमेंट से यही कह रहे हैं, चाहते हैं कि इसको पूर्ण तौर से पाबंदी लगाई जाए। दूसरे नंबर पे मैं कहना चाहूँगा, पब्लिक से अपील करना चाहूँगा कि जब तक पब्लिक अवेयर नहीं होगी, पेरेंट्स अपने बच्चों को अलाउ जब तक नहीं करेंगे कि हाँ कि तू इस चीज़ नाल नहीं उड़ानी, नायलॉन थ्रेड नहीं यूज़ करना, तो उन्नी देर तक कभी भी नहीं बंद होएगा जिन्नी देर तक पब्लिक यूज़ होएगी। ਅੱਜ ਅਸੀਂ ਇੱਕ ਪਬਲਿਕ ਅਵੇਅਰਨੈਸ ਮੈਸੇਜ ਦੇ ਰਹੇ ਸੀ ਚਾਈਨਾ ਡੋਰ ਤੋਂ ਜੋ ਨੁਕਸਾਨ ਹੋ ਰਿਹਾ ਉਹ ਤੁਹਾਨੂੰ ਵੀ ਪਤਾ ਵਾ। ਇਨਸਾਨੀ ਜਾਨਾਂ ਵੀ ਜਾ ਰਹੀਆਂ ਵਾ, ਪਸ਼ੂ ਪਕਸ਼ੀਆਂ ਦੀ ਵੀ ਜਾਨਾਂ ਜਾ ਰਹੀਆਂ ਵਾ। ਇਵਨ ਦੈਨ ਕਿ ਹਰ ਜਗ੍ਹਾ ਦੇ ਉੱਤੇ ਇਹਦਾ ਨੁਕਸਾਨ ਹੀ ਹੈ, ਫਾਇਦਾ ਕਿਤੇ ਨਹੀਂ ਹੈ। ਅੱਜ ਉਸ ਚੀਜ਼ ਨੂੰ ਦੇਖਦੇ ਮੱਦੇਨਜ਼ਰ ਰੱਖਦੇ ਹੋਏ ਅਸੀਂ ਅੱਜ ਇੱਕ ਛੋਟਾ ਜਿਹਾ ਉਪਰਾਲਾ ਹਾਲ ਗੇਟ ਦੇ ਬਾਹਰ ਸ਼ੁਰੂ ਕੀਤਾ ਸੀ। ਇਹ ਇੱਕ ਡੋਰ ਦਾ ਜਿਹੜਾ ਕਿ ਸਾਡੇ ਆਪਣੇ ਪੁਰਾਣੇ ਟਾਈਮ ਦੀ ਚਲਦੀ ਆ ਰਹੀ, ਸਾਡੇ ਵੱਡੇ ਬਜ਼ੁਰਗਾਂ ਨੇ ਵੀ ਇਹਨਾਂ ਗੁੱਡੀ ਉਡਾਈ ਆ, ਅਸੀਂ ਵੀ ਆਪਣੇ ਟਾਈਮ ਤੇ ਉਡਾਈ ਹੈ, ਔਰ ਅਸੀਂ ਆਉਣ ਵਾਲੇ ਆਪਣੇ ਬੱਚਿਆਂ ਨੂੰ ਵੀ ਇਹਦੇ ਵਾਸਤੇ ਅਵੇਅਰ ਕਰੀਏ ਕਿ ਇਹ ਚੀਜ਼ ਨੂੰ ਯੂਜ਼ ਕਰੋ। ਸੋ ਕੌਮੀ ਅਤੇ ਸੂਬੇ ਨਾਲ ਜੁੜੀਆਂ ਖਾਸ ਸੁਰਖੀਆਂ ਦੇ ਕੱਪੜਛਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਨਵੇਂ ਅਤੇ ਤਾਜ਼ੇ ਅਪਡੇਟ ਨਾਲ ਫੇਰ ਮਿਲਾਂਗੇ। ਸੁਰਿੰਦਰ ਡੱਲਾ ਨੂੰ ਦਿਓ ਇਜਾਜ਼ਤ। ਬਹੁਤ ਧੰਨਵਾਦ।